ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਅੱਜ ਦੀ ਵੀਡੀਓ ਦਾ ਥੰਬਨੇਲ ਦੇਖ ਕੇ ਸਮਝ ਗਏ ਹੋਵੋਗੇ ਅੱਜ ਦੀ ਵੀਡੀਓ ਕਿਹੜੇ ਟੌਪਿਕ ਤੇ ਹੋਣ ਜਾ ਰਹੀ ਆ। ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਪਏ ਸੀ ਕਿ ਸਰ ਇੱਕ ਟਾਈਮ ਟੇਬਲ ਤੇ ਵੀਡੀਓ ਲੈ ਕੇ ਆਓ। ਜਿਹੜੇ ਬੱਚੇ ਘਰ ਬੈਠ ਕੇ ਪੜ੍ਹਦੇ ਆ, ਸਿਰਫ ਮੇਰੀਆਂ ਵੀਡੀਓਜ਼ ਦੇਖ ਕੇ ਪੜ੍ਹਦੇ ਆ, ਉਹਨਾਂ ਨੂੰ ਇੱਕ ਟਾਈਮ ਟੇਬਲ ਦੀ ਨੀਡ ਆ ਵੀ ਇੱਕ ਸਾਨੂੰ ਟਾਈਮ ਟੇਬਲ ਦੇ ਦਿਓ ਕਿ ਕਿੰਨੀ ਚੀਜ਼ ਦੀ ਕਿੰਨੀ ਕੁਆਂਟੀਟੀ ਦੇ ਵਿੱਚ ਪ੍ਰੈਕਟਿਸ ਕਰਨੀ ਚਾਹੀਦੀ ਆ ਤੇ ਅਸੀਂ ਆਪਦੇ ਡਿਜ਼ਾਇਰ ਸਕੋਰ ਲੈ ਸਕਦੇ ਆ। ਅੱਜ ਤੁਹਾਡੇ ਨਾਲ ਇੱਕ ਟਾਈਮ ਟੇਬਲ ਸ਼ੇਅਰ ਕਰਨ ਜਾ ਰਿਹਾ ਹਾਂ। ਇਹ ਟਾਈਮ ਟੇਬਲ ਨੂੰ ਯੂਜ਼ ਕਰਕੇ ਤੁਸੀਂ ਘਰ ਬੈਠ ਕੇ 7 ਈਚ 8 ਈਚ 9 ਬੈਂਡ ਸਕੋਰ ਤੱਕ ਵੀ ਲੈ ਸਕਦੇ ਹੋ। ਜੋ ਮੈਂ ਕਲਾਸ ਦੇ ਵਿੱਚ ਬੱਚਿਆਂ ਨੂੰ ਸਮਝਾਉਣਾ ਵਾ, ਅੱਜ ਉਹੀ ਟਾਈਮ ਟੇਬਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਇਹ ਟਾਈਮ ਟੇਬਲ ਨਾਲ ਤੁਸੀਂ ਆਪਦੇ ਡਿਜ਼ਾਇਰ ਸਕੋਰਿੰਗ ਘਰ ਬੈਠ ਕੇ ਪ੍ਰਾਪਤ ਕਰ ਸਕਦੇ ਆ। ਸੋ ਧਿਆਨ ਨਾਲ ਇਹ ਟਾਈਮ ਟੇਬਲ ਨੂੰ ਨੋਟ ਕਰ ਲਿਓ। ਕੱਲੀ ਕੱਲੀ ਚੀਜ਼ ਐਕਸਪਲੇਨ ਕਰਨ ਜਾ ਰਿਹਾ ਹਾਂ ਵੀ ਕਿੰਨੀ ਕੁਆਂਟੀਟੀ ਦੇ ਵਿੱਚ ਚੀਜ਼ ਜਿਹੜੀ ਆ ਉਹ ਆਪਾਂ ਪਰਫਾਰਮ ਕਰਨੀ ਆ ਤੇ ਕਿੱਥੋਂ ਕਰਨੀ ਆ। ਸਭ ਤੋਂ ਪਹਿਲੀ ਚੀਜ਼ ਆ ਸਪੀਕਿੰਗ ਦੇ ਵਿੱਚ। ਜੇ ਮੈਂ ਗੱਲ ਕਰਾਂ ਸਪੀਕਿੰਗ ਦੇ ਵਿੱਚ ਜਿਹੜੇ ਰੀਡ ਅਲਾਊਡ ਆ, ਰੀਡ ਅਲਾਊਡ ਦੀ ਪ੍ਰੈਕਟਿਸ ਜਿਹੜੀ ਆ, ਡੇਲੀ ਰੀਡ ਅਲਾਊਡ ਦੀ ਪ੍ਰੈਕਟਿਸ ਤੁਸੀਂ 15 ਤੋਂ 20 ਰੀਡ ਅਲਾਊਡ ਜਿਹੜੇ ਆ ਉਹ ਐਪ ਯੂਨੀ ਤੋਂ ਕਰਨੇ ਆ। 15 ਤੋਂ 20 ਰੀਡ ਅਲਾਊਡ ਡੇਲੀ ਦੇ ਤੁਹਾਡੇ ਐਪ ਯੂਨੀ ਤੋਂ ਪਰਫਾਰਮ ਹੋਣੇ ਚਾਹੀਦੇ ਆ। ਠੀਕ ਆ ਜੀ। ਤੇ ਇੱਕ ਵੀਡੀਓ ਡੇਲੀ ਦੀ YouTube ਤੋਂ। 15 ਤੋਂ 20 ਰੀਡ ਅਲਾਊਡ ਡੇਲੀ ਦੇ ਐਪ ਯੂਨੀ ਤੋਂ। ਠੀਕ ਆ ਜੀ, ਐਪ ਯੂਨੀ ਤੋਂ। ਤੇ ਇੱਕ ਵੀਡੀਓ ਡੇਲੀ ਦੀ YouTube ਤੋਂ। ਇਹ ਚੀਜ਼ ਧਿਆਨ ਚ ਰੱਖਿਓ। ਜਿਹੜੇ ਆ 15 ਤੋਂ 20 ਰੀਡ ਤੁਸੀਂ ਡੇਲੀ ਦੇ ਕਰਨੇ ਐਪ ਯੂਨੀ ਤੋਂ, ਇਹ ਥੋੜੀ ਇੱਕ ਵੱਖਰੇ ਲੈਵਲ ਦੀ ਇੰਪਰੂਵਮੈਂਟ ਕਰਵਾਉਣਗੇ। ਜਿਹੜੇ ਤੁਸੀਂ ਇੱਕ ਵੀਡੀਓ ਡੇਲੀ ਕੋਈ ਵੀ ਰੀਸੈਂਟ ਵੀਡੀਓ ਆਈ ਹੋਵੇ YouTube ਤੇ ਰੀਡ ਅਲਾਊਡਸ ਦੀ, ਉਹਨੂੰ ਡੇ ਬਾਈ ਡੇ ਪਰਫਾਰਮ ਕਰੋ, ਡੇ ਬਾਈ ਡੇ ਡੇਲੀ ਪਰਫਾਰਮ ਕਰੋ ਵੱਖਰੀ ਵੱਖਰੀ ਵੀਡੀਓ ਨੂੰ। ਇਹ ਵੀਡੀਓ ਤੁਹਾਡੀ ਪ੍ਰੋਨੰਸੀਏਸ਼ਨ ਵੀ ਇੰਪਰੂਵ ਕਰਵਾਉਗੀ, ਇਹ ਤੁਹਾਡੇ ਵਿੱਚ ਕੌਨਫੀਡੈਂਸ ਲੈਵਲ ਵੀ ਬਿਲਡ ਕਰੂਗੀ। ਇਹ ਚੀਜ਼ਾਂ ਕਰਿਓ, ਤੁਹਾਡੇ ਰੀਡ ਅਲਾਊਡ ਦਿਨਾਂ 'ਚ ਇੰਪਰੂਵ ਹੋਣਗੇ। ਤੇ ਰੀਡ ਅਲਾਊਡ ਦੀ ਇੰਪਰੂਵਮੈਂਟ ਵਾਸਤੇ ਬੁੱਕ ਜ਼ਰੂਰ ਪੜ੍ਹਨੀ ਆ। ਬੁੱਕ ਡੇ ਬਾਈ ਡੇ, ਬੁੱਕ ਦੀ ਕੋਈ ਲਿਮਿਟ ਨਹੀਂ ਦੱਸਣ ਲੱਗਾ ਬੁੱਕ ਕਿੰਨੀ ਪੜ੍ਹਨੀ ਆ, ਕਿਉਂਕਿ ਮੈਂ ਕਿਸੇ ਬੱਚੇ ਨੂੰ ਨਹੀਂ ਕਹਿੰਦਾ ਬੁੱਕ 2 ਪੇਜ ਪੜ੍ਹ, 3 ਪੇਜ ਪੜ੍ਹ, 4 ਪੇਜ ਪੜ੍ਹ। ਮੈਂ ਇਹਨੂੰ ਕਹਿੰਦਾ ਦਿਹਾੜੀ 'ਚ 1 ਵਾਰ ਪੜ੍ਹ, 2 ਵਾਰ ਪੜ੍ਹ, 3 ਵਾਰ ਪੜ੍ਹ, ਬਟ ਇੰਟਰਸਟ ਬਣਾ ਉਹ ਚੀਜ਼ ਦੇ ਵਿੱਚ। ਇਹ ਚੀਜ਼ ਦੇ ਨਾਲ ਬੁੱਕ ਪੜ੍ਹਨੀ ਵੀ ਬਹੁਤ ਜ਼ਰੂਰੀ ਆ। ਠੀਕ ਆ। ਸੋ ਅਗਲੀ ਚੀਜ਼ ਆ ਰਿਪੀਟ ਸੈਂਟੈਂਸ। ਰਿਪੀਟ ਸੈਂਟੈਂਸ ਡੇਲੀ ਦੇ ਤੁਹਾਨੂੰ 35 to 40 ਐਪ ਯੂਨੀ ਤੋਂ। ਡੇਲੀ ਦੇ 35 to 40 ਰਿਪੀਟ ਸੈਂਟੈਂਸ ਤੁਸੀਂ ਪਰਫਾਰਮ ਕਰਨੇ ਐਪ ਯੂਨੀ ਤੋਂ। ਕੰਪਲਸਰੀ ਆ, ਡੇਲੀ ਦੇ ਹੋਣੇ ਚਾਹੀਦੇ ਆ। ਡਿਸਕ੍ਰਾਈਬ ਇਮੇਜ। ਡਿਸਕ੍ਰਾਈਬ ਇਮੇਜ ਡੇਲੀ ਦੀਆਂ 3 ਹਰੇਕ ਟਾਈਪ ਦੀਆਂ। ਠੀਕ ਆ। ਹਰੇਕ ਟਾਈਪ ਦੀਆਂ ਜਿਹੜੀ ਡਿਸਕ੍ਰਾਈਬ ਇਮੇਜ ਆ ਉਹ 3 ਹੋਣੀਆਂ ਚਾਹੀਦੀਆਂ। ਕੰਪਲਸਰੀ ਆ। ਜੇਕਰ ਹਰੇਕ ਟਾਈਪ ਦੀਆਂ 3 ਡਿਸਕ੍ਰਾਈਬ ਇਮੇਜ ਨਹੀਂ ਹੁੰਦੀਆਂ ਪਈਆਂ ਦੈਨ ਤੁਹਾਨੂੰ ਕੀ ਪ੍ਰੋਬਲਮ ਆ ਸਕਦੀ ਹੈ। ਹੁਣ ਜਿਵੇਂ ਜਸਟ ਫॉर ਐਗਜ਼ਾਮਪਲ 10 ਲਾਈਨ ਗ੍ਰਾਫ, 10 ਬਾਰ ਗ੍ਰਾਫ, 10 ਪਾਈ ਚਾਰਟ, 10 ਟੇਬਲ ਚਾਰਟ, ਇਦਾਂ ਦੇ ਹਰੇਕ 10 ਕਰਕੇ ਤੁਸੀਂ ਜਿਹੜੇ ਇਮੇਜਾਂ ਵਾ ਉਹਨਾਂ ਨੂੰ ਪਰਫਾਰਮ ਕਰਨਾ ਡੇ ਬਾਈ ਡੇ। ਫਿਰ ਤੁਸੀਂ ਆਪਦੀ ਇੰਪਰੂਵਮੈਂਟ ਲਿਆ ਸਕਦੇ ਹੋ। ਡੇਲੀ ਦੀਆਂ 3 ਹੋਣੀਆਂ ਚਾਹੀਦੀਆਂ ਵਾ, ਹਰੇਕ ਤਰ੍ਹਾਂ ਦੀਆਂ 3 ਇਮੇਜਾਂ। ਤੇ ਜਿਹੜਾ ਤੁਹਾਡਾ ਹੈਗਾ ਵਾ ਰੀਟਾ ਲੈਕਚਰ। ਰੀਟਾ ਲੈਕਚਰ ਬਹੁਤ ਇੰਪੋਰਟੈਂਟ ਪਾਰਟ ਆ। ਰੀਟਾ ਲੈਕਚਰ ਨੂੰ ਡੇਲੀ 6 ਰੀਟਾ ਲੈਕਚਰ ਪਰਫਾਰਮ ਕਰਨੇ ਚਾਹੀਦੇ ਆ ਐਪ ਯੂਨੀ ਤੋਂ। ਡਿਸਕ੍ਰਾਈਬ ਇਮੇਜ ਵੀ ਐਪ ਯੂਨੀ ਤੋਂ। ਠੀਕ ਆ ਜੀ। ਤਾਂ ਰੀਟਾ ਲੈਕਚਰ ਵੀ ਐਪ ਯੂਨੀ ਤੋਂ। ਹੁਣ ਜਿਹੜੇ ਰੀਟਾ ਲੈਕਚਰ 6 ਪਰਫਾਰਮ ਕਰਨੇ ਆ ਐਪ ਯੂਨੀ ਤੋਂ। ਐਪ ਯੂਨੀ ਦੇ ਵਿੱਚ ਨਾ ਜਿਹੜੀ ਆਡੀਓ ਆ ਉਹ 1 ਮਿੰਟ ਤੇ ਕੁਝ ਕੁ ਸੈਕਿੰਡ ਦੀ ਆ ਜਾਂਦੀ, 30 ਸੈਕਿੰਡਸ ਦੀ ਆ ਜਾਂਦੀ ਨਾਰਮਲੀ। ਬਟ ਐਗਜ਼ਾਮ ਦੇ ਵਿੱਚ ਜਿਹੜੀ ਆਡੀਓ ਆ ਰੀਟਾ ਲੈਕਚਰ ਦੀ ਵੱਧ ਤੋਂ ਵੱਧ ਜਿਹੜੀ ਹੁੰਦੀ ਆ 30 ਸੈਕਿੰਡਸ, 35 ਸੈਕਿੰਡਸ, ਇੱਥੇ ਕਿ ਦੀ ਹੁੰਦੀ ਹੈ ਬਸ 35 ਸੈਕਿੰਡਸ। ਦੈਟਸ ਇਟ। ਇੱਥੇ ਆਡੀਓ ਹੁੰਦੀ ਹੈ, ਤੋਂ ਬਾਅਦ ਆਡੀਓ ਨਹੀਂ ਹੁੰਦੀਗੀ। ਮੈਨੂੰ ਆਮ ਤੌਰ ਤੇ ਬੱਚੇ ਇਹ ਚੀਜ਼ ਕੁਐਸਚਨ ਪੁੱਟ ਕਰ ਲੈਂਦੇ ਆ ਕਿ ਜਦੋਂ ਸਾਨੂੰ ਇੱਥੇ 1 ਮਿੰਟ ਦੀ ਆਡੀਓ ਆਉਂਦੀ, ਇੱਥੇ ਤਾਂ ਪਿਕ ਹੋ ਜਾਂਦੇ ਆ। ਜਦੋਂ ਆਡੀਓ ਘਟਦੀ ਹੈ, ਜਦੋਂ ਪਿਕ ਨਹੀਂ ਹੁੰਦੇ, ਤੁਸੀਂ ਪਤਾ ਕੀ ਕਰਿਆ ਕਰੋ। ਜਿਹੜੇ ਤੁਸੀਂ ਡੇਲੀ ਦੇ 6 ਜਿਹੜੇ ਰੀਟਾ ਲੈਕਚਰ ਪਰਫਾਰਮ ਕਰਨੇ ਆ, ਰੀਟਾ ਲੈਕਚਰ ਦੇ ਵਿੱਚ ਜਦੋਂ ਤੁਸੀਂ ਰੀਟਾ ਲੈਕਚਰ ਲਿਸਨ ਕਰਦੇ ਪਏ ਆ, ਕੋਸ਼ਿਸ਼ ਇਹ ਕਰਿਆ ਕਰੋ ਵੀ ਰੀਟਾ ਲੈਕਚਰ ਦੇ ਵਿੱਚ ਨਾ 35-40 ਸੈਕਿੰਡ ਜਿਹੜਾ ਵਾ ਰੀਟਾ ਲੈਕਚਰ ਸੁਣੋ। ਜਿੰਨਾ ਕੰਟੈਂਟ ਪਿਕ ਹੋ ਗਿਆ ਇਨਫ ਆ, ਬਾਅਦ ਚ ਮਾਈਕ੍ਰੋਫੋਨ ਉਤਾਰ ਦੋ, ਸੁਣੋ ਨਾ। ਉਨਾ ਕੰਟੈਂਟ ਨਾਲ ਪਰਫਾਰਮ ਕਰਨ ਦੀ ਕੋਸ਼ਿਸ਼ ਕਰੋ ਤੇ ਸਕੋਰ ਲਿਆਉਣ ਦੀ ਕੋਸ਼ਿਸ਼ ਕਰੋ ਵੀ 30-35 ਸੈਕਿੰਡਸ ਦੇ ਵਿੱਚ, 40 ਸੈਕਿੰਡਸ ਦੇ ਵਿੱਚ ਮੈਂ ਘੱਟ ਤੋਂ ਘੱਟ 10 ਤੋਂ 15 ਕੀਵਰਡਸ ਪਿਕ ਕਰ ਲਾਂ। ਇਹ ਚੀਜ਼ ਨੂੰ ਇਹ ਵੇ ਦੇ ਨਾਲ ਪਰਫਾਰਮ ਕਰਨ ਦੀ ਕੋਸ਼ਿਸ਼ ਕਰੋ। ਸੋ ਦੈਟਸ ਵਾਈ ਤੁਸੀਂ ਆਪਦੀ ਇੰਪਰੂਵਮੈਂਟ ਕਰ ਸਕਦੇ ਹੋ। ਤੇ ਐਪ ਯੂਨੀ ਤੋਂ ਪਰਫਾਰਮ ਕਰੋ, ਕੰਪਲਸਰੀ ਆ। ਆਂਸਰ ਕੁਐਸਚਨਸ ਦੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਨਹੀਂ ਆ। ਠੀਕ ਆ। ਜਿੰਨੇ ਵੀ ਮਾੜੇ ਮੋਟੇ ਤੁਸੀਂ ਨਿਗਾਹ ਮਾਰ ਲਿਆ ਕਰੋ ਉਹਨਾਂ ਨੂੰ ਐਪ ਯੂਨੀ ਤੋਂ, ਉਹ ਇੰਨੇ ਇੰਪੋਰਟੈਂਟ ਨਹੀਂ ਆ। ਸੋ ਬੇਫਿਕਰ ਹੋ ਜਾਓ। ਠੀਕ ਆ। ਅਗਲੀ ਚੀਜ਼ ਆ ਰਾਈਟਿੰਗ ਦੀ। ਜਿਹੜੀ ਰਾਈਟਿੰਗ ਦੇ ਵਿੱਚ ਤੁਸੀਂ ਜਿਹੜੇ SWT ਆ, ਤੁਹਾਡੀ SWT ਦੀ ਪ੍ਰੈਕਟਿਸ ਜਿਹੜੀ ਆ ਤੁਸੀਂ ਡੇਲੀ ਦੇ SWT 3 ਪਰਫਾਰਮ ਕਰਨੀ ਆ। ਕੰਪਲਸਰੀ ਆ। ਡੇਲੀ ਦੀਆਂ 3 ਪਰਫਾਰਮ ਕਰਨੀਆਂ ਵਾ। 7 ਨੰਬਰ ਦੀ ਇੱਕ ਆ ਇੰਪੋਰਟੈਂਟ ਆ, ਰੀਡਿੰਗ ਨੂੰ ਨੰਬਰ ਦਿੰਦੀ ਆ। ਇਹ ਚੀਜ਼ਾਂ ਦੇ ਵਿੱਚ ਨਾ ਬੱਚੇ ਕਹਿੰਦੇ ਵੀ ਕਿਉਂ ਇਹ 3 ਕਿਉਂ ਪ੍ਰੈਕਟਿਸ ਕਰਨੀ ਆ, ਤਾਂ ਸੌਖੀ ਚੀਜ਼ ਵੇਖ ਕੇ ਲਿਖਣੀ ਆ। ਜਿੰਨੀ ਸੌਖੀ ਚੀਜ਼ ਉਨੀ ਔਖੀ ਲੱਗਦੀ ਆ। ਠੀਕ ਆ। ਐਗਜ਼ਾਮ ਦੇ ਵਿੱਚ ਉਨੀ ਦਿੱਕਤ ਦਿੰਦੀ ਆ ਇਹ। ਇਹਨੂੰ ਡੇਲੀ ਦੇ 3 ਪਰਫਾਰਮ ਹੋਣੀਆਂ ਚਾਹੀਦੀਆਂ ਵਾ, ਕਿਉਂਕਿ ਇੰਪੋਰਟੈਂਟ ਪਾਰਟ ਆ। 7 ਨੰਬਰ ਆ, ਰੀਡਿੰਗ ਨੂੰ ਨੰਬਰ ਜਾਂਦੇ ਆ ਇਹਦੇ ਤੇ, ਇੰਪੋਰਟੈਂਟ ਆ। ਇਹ 3 ਡੇਲੀ ਦੇ ਪ੍ਰੈਕਟਿਸ ਹੋਣੇ ਚਾਹੀਦੇ ਆ। ਤੇ ਰਾਈਟਿੰਗ ਦਾ ਐਸੇ। ਠੀਕ ਆ।
ਰਾਈਟਿੰਗ ਦਾ ਐਸੇ ਸੈਕੰਡ ਪਾਰਟ ਜਿਹੜਾ ਵਾ ਰਾਈਟਿੰਗ ਦੇ ਐਸੇ ਦੋ ਰਾਈਟਿੰਗ ਦੇ ਐਸੇ ਇੰਪੋਰਟੈਂਟ ਆ ਜਿਹੜੇ ਡੇਲੀ ਬਾਈ ਡੇਲੀ ਤੁਸੀਂ ਕਰਨੇ ਹੀ ਕਰਨੇ ਆ। ਹੁਣ ਐਸੇ ਕਿਉਂ ਮੈਂ ਲਿਖਿਆ ਵਾ 2 ਡੇਲੀ ਦੇ, ਜਸਟ ਫॉर ਐਗਜ਼ਾਮਪਲ ਵੀ ਐਸੇ ਦੇ ਵਿੱਚ ਜੇ ਮੈਂ ਅੱਜ ਦੇ ਟਾਈਮ 'ਚ ਦੇਖਾਂ ਨਾ, ਐਸੇ ਦੇ ਵਿੱਚ ਬੱਚੇ ਮਿਸਟੇਕ ਕੀ ਕਰਦੇ ਪਏ ਆ, ਉਹਨਾਂ ਦੀ ਗ੍ਰਾਮੈਟੀਕਲ ਐਰਰਸ ਬਹੁਤ ਹੁੰਦੇ ਪਏ ਆ। ਜੇ ਤੁਸੀਂ ਸਮਰਾਈਜ਼ ਰਿਟਨ ਟੈਕਸਟ ਜਿਹੜਾ ਵਾ ਉਹ ਐਪ ਯੂਨੀ ਤੋਂ ਕਰਦੇ ਪਏ ਆ, ਐਸੇ 2 ਆ ਜਿਹੜੇ ਉਹ ਡੇਲੀ ਐਪ ਯੂਨੀ ਤੋਂ ਪਰਫਾਰਮ ਕਰਕੇ ਵੇਖਿਓ, ਐਪ ਯੂਨੀ ਦੇ ਵਿੱਚ ਬਹੁਤ ਗ੍ਰਾਮਰ ਮਿਸਟੇਕ ਕੱਢੂਗੀ, ਬਹੁਤ ਜ਼ਿਆਦਾ ਗ੍ਰਾਮੈਟੀਕਲ ਐਰਰਸ ਕੱਢੂਗੀ। ਜਦੋਂ ਉਹਦੇ ਵਿੱਚ ਗ੍ਰਾਮੈਟੀਕਲ ਐਰਰਸ ਕੱਢੂਗੀ ਨਾ, ਤੁਸੀਂ ਉਹ ਗ੍ਰਾਮੈਟੀਕਲ ਐਰਰ ਨੂੰ ਕਾਪੀ ਤੇ ਸੋਲਵ ਕਰਕੇ ਲਿਖ ਲਿਓ, ਬਿਕੋਜ਼ ਹਰੇਕ ਦੇ ਟੈਂਪਲੇਟ ਦੇ ਵਿੱਚ ਨਾ 19 ਕਿ ਗ੍ਰਾਮੈਟੀਕਲ ਐਰਰਸ ਹੋ ਜਾਂਦੇ ਆ। ਆਪਾਂ ਯਾਦ ਕਰਨ ਦੇ ਵਿੱਚ ਕਈ ਵਾਰੀ ਆਪਦੇ ਲੋ ਇਜ਼ ਐਮ ਆਰ ਲਾ ਦਿੰਨੇ ਆ, ਆਫ ਐਂਡ ਦਾ ਲਾ ਦਿੰਨੇ ਆ, ਠੀਕ ਆ, ਜਾਂ ਮਿਸ ਕਰ ਦਿੰਨੇ ਆ। ਉਹ ਚੀਜ਼ਾਂ ਐਪ ਯੂਨੀ ਆਪਾਂ ਨੂੰ ਕਲੀਅਰ ਕਰ ਦਿੰਦੀ ਆ ਵੀ ਬਾਈ ਤੂੰ ਇੱਥੇ ਆ ਮਿਸਟੇਕ ਕਰਦਾ ਪਿਆ ਵਾ, ਬਹੁਤ ਬਰੀਕੀ ਨਾਲ ਗ੍ਰਾਮਰ ਦੀ ਚੈਕਿੰਗ ਕਰਦੀ ਆ। ਸੋ ਇੱਥੇ ਤੁਸੀਂ ਜਿਹੜਾ ਵੀ ਟੈਂਪਲੇਟ ਲਿਖੋਗੇ ਤਾਂ ਕਹਿੰਦਾ ਵੀ ਡੇਲੀ ਦੇ ਕੰਪਲਸਰੀ 2 ਵਾਰੀ ਐਸੇ ਟਾਈਪ ਕਰਿਆ ਕਰੋ, ਇੰਪੋਰਟੈਂਟ ਆ ਇਹ ਚੀਜ਼। ਤੇ ਡੇਲੀ ਦਾ ਜਿਹੜਾ ਤੁਸੀਂ ਰੀਡਿੰਗ ਦਾ ਕੰਮ ਆ, ਜਿਹੜਾ ਹੁਣ ਰੀਡਿੰਗ ਮੈਨੂੰ ਬੱਚੇ ਕਹਿੰਦੇ ਆ ਵੀ ਰੀਆਰਡਰ ਪੈਰਾਗ੍ਰਾਫ ਆ, ਜਿਹੜੇ ਰੀਆਰਡਰ ਪੈਰਾਗ੍ਰਾਫ ਡੇਲੀ ਦੇ ਘੱਟ ਤੋਂ ਘੱਟ ਜਿਹੜੇ ਤੁਹਾਡੇ ਆ ਉਹ 10 ਪਰਫਾਰਮ ਹੋਣੇ ਹੀ ਚਾਹੀਦੇ ਆ ਐਪ ਯੂਨੀ ਤੋਂ। ਇਹ ਤੁਸੀਂ ਨਾ ਜਿਵੇਂ ਇੱਕ ਵੇਵ ਕਰਿਆ ਕਰੋ, ਜਿਵੇਂ ਪਹਿਲਾਂ ਮੈਂ ਪ੍ਰੈਕਟਿਸ ਕਰਦਾ ਪਿਆ ਵਾਂ, ਪਹਿਲਾਂ ਪ੍ਰੈਕਟਿਸ ਮੈਂ ਕਰਦਾ ਪਿਆ ਵੀਕਲੀ ਪ੍ਰੈਡਿਕਸ਼ਨ ਤੋਂ, ਫਿਰ ਮੈਂ ਪ੍ਰੈਕਟਿਸ ਕਰਦਾ ਪਿਆ ਵਾਂ ਮੰਥਲੀ ਪ੍ਰੈਡਿਕਸ਼ਨ ਤੋਂ, ਫਿਰ ਮੈਂ ਪ੍ਰੈਕਟਿਸ ਕਰਦਾ ਪਿਆ ਵਾਂ ਆਲ ਪ੍ਰੈਡਿਕਸ਼ਨ ਚੋਂ। ਪਹਿਲਾਂ ਵੀਕਲੀ ਨੂੰ ਕੰਪਲੀਟ ਕਰਿਆ ਕਰੋ ਪ੍ਰੈਡਿਕਸ਼ਨ ਨੂੰ, ਫਿਰ ਮੰਥਲੀ ਨੂੰ ਕੰਪਲੀਟ ਕਰਿਆ ਕਰੋ, ਫਿਰ ਆਲ ਨੂੰ ਕੰਪਲੀਟ ਕਰਿਆ ਕਰੋ। ਇਹ ਚੀਜ਼ ਨੂੰ ਧਿਆਨ 'ਚ ਰੱਖੋ ਵੀ ਜਿਹੜਾ ਵੀਕਲੀ ਪ੍ਰੈਡਿਕਸ਼ਨ ਹੁੰਦਾ ਨਾ ਮੋਸਟ ਰਿਪੀਟਡ ਹੁੰਦਾ ਵਾ, ਠੀਕ ਆ। ਜਿਹੜਾ ਮੰਥਲੀ ਹੁੰਦਾ ਉਹਦੇ ਵਿੱਚ ਵੀ ਕਾਫੀ ਰਿਪੀਟਡ ਹੁੰਦੇ ਆ, ਤੇ ਆਲ ਦੇ ਵਿੱਚ ਤਾਂ ਫਿਰ ਸਾਰੇ ਆ ਜਾਂਦੇ ਆ। ਜਦੋਂ ਇਹ ਪ੍ਰੈਡਿਕਸ਼ਨ ਹੁੰਦੇ ਆ ਬੱਚੇ ਕਹਿੰਦੇ ਮੰਥਲੀ ਪ੍ਰੈਡਿਕਸ਼ਨ ਤਾਂ ਮੰਥ ਦੇ ਹਿਸਾਬ ਨਾਲ ਚੇਂਜ ਹੋ ਜਾਂਦਾ, ਵੀਕਲੀ ਤਾਂ ਵੀਕਲੀ ਦੇ ਹਿਸਾਬ ਨਾਲ ਚੇਂਜ ਹੋ ਜਾਂਦਾ। ਨਹੀਂ, 1-2 ਕੁਐਸਚਨ ਚੇਂਜ ਹੁੰਦੇ ਆ, ਸਾਰਾ ਪ੍ਰੈਡਿਕਸ਼ਨ ਨਹੀਂ ਚੇਂਜ ਹੁੰਦਾ ਹੈਗਾ। ਸੋ ਤੁਸੀਂ ਇਹ ਚੀਜ਼ ਨੂੰ ਇਹ ਵੇ ਨਾਲ ਪਰਫਾਰਮ ਕਰਿਆ ਕਰੋ, ਪਹਿਲਾਂ ਵੀਕਲੀ, ਫਿਰ ਮੰਥਲੀ, ਫਿਰ ਆਲ ਵਾਲ ਜਾਇਆ ਕਰੋ। ਡੇਲੀ ਦੇ 10 ਰੀਆਰਡਰ ਪੈਰਾਗ੍ਰਾਫ ਕਰਨੇ ਕੰਪਲਸਰੀ ਆ, ਠੀਕ ਆ ਜੀ। 10 ਰੀਆਰਡਰ ਪੈਰਾਗ੍ਰਾਫ ਤੋਂ ਬਾਅਦ ਰੀਡਿੰਗ ਰਾਈਟਿੰਗ ਬਲੈਂਕਸ, ਰੀਡਿੰਗ ਰਾਈਟਿੰਗ ਬਲੈਂਕਸ ਡੇਲੀ ਦੀਆਂ 10 ਹੋਣੀਆਂ ਚਾਹੀਦੀਆਂ ਵਾ, ਠੀਕ ਆ। ਜਿਹੜੀਆਂ ਤੁਹਾਡੀਆਂ ਵਾ ਰੀਡਿੰਗ ਫਿਲ ਇਨ ਦੀ ਬਲੈਂਕਸ, ਰੀਡਿੰਗ ਫਿਲ ਇਨ ਦੀ ਬਲੈਂਕਸ, ਠੀਕ ਆ, ਡੇਲੀ ਦੀਆਂ ਵੀ 10 ਹੋਣੀਆਂ ਚਾਹੀਦੀਆਂ ਵਾ। 10 ਰੀਆਰਡਰ ਪੈਰਾਗ੍ਰਾਫਸ, 10 ਰੀਡਿੰਗ ਰਾਈਟਿੰਗ ਬਲੈਂਕਸ, 10 ਰੀਡਿੰਗ ਫਿਲ ਇਨ ਦੀ ਬਲੈਂਕਸ। ਤੇ ਤੁਹਾਡੀਆਂ ਡੇਲੀ ਦੀਆਂ 100 ਕੋਲੋਕੇਸ਼ਨਸ, 100 ਵੋਕੈਬਲਰੀ, 100 ਕੋਲੋਕੇਸ਼ਨਸ, 100 ਵੋਕੈਬਲਰੀ, ਇਹ ਵੀ ਇੰਪੋਰਟੈਂਟ ਆ। ਹੁਣ ਮੇਨ ਚੀਜ਼ ਇਹ ਧਿਆਨ 'ਚ ਰੱਖਿਓ, ਰੀਡਿੰਗ ਦਾ ਜਿਹੜਾ ਵਰਕ ਆ ਨਾ, ਮੈਂ ਤੁਹਾਨੂੰ ਸਿੰਪਲ ਚੀਜ਼ ਦੱਸਦਾ। ਰੀਡਿੰਗ ਨੂੰ ਜਿਹੜਾ ਬੱਚਾ ਇੰਨੀ ਰੀਡਿੰਗ ਦੀ ਟੈਨਸ਼ਨ ਲੈਂਦਾ ਵਾ, ਮੈਂ ਤੁਹਾਨੂੰ ਕਹਿੰਦਾ ਜਿਹੜੇ ਬੱਚੇ ਨੇ ਰੀਡਿੰਗ ਦਾ ਆਹ ਵਰਕ ਕਰ ਲਿਆ, ਰੀਡਿੰਗ ਆ ਚੀਜ਼ ਤੇ ਧਿਆਨ ਦਿੱਤਾ, ਆ ਪੈਟਰਨ ਨੂੰ ਹਫਤਾ 2 ਹਫਤੇ ਲਗਾਤਾਰ 1 ਮਹੀਨਾ ਘਰ ਬੈਠ ਕੇ ਪ੍ਰੈਕਟਿਸ ਕਰ ਲਈ ਨਾ ਇਹ ਚੀਜ਼ ਦੀ, ਉਹ ਕਦੇ ਵਾਸਤੇ ਵੀ ਆਪਦੀ ਰੀਡਿੰਗ ਨੂੰ ਥੱਲੇ ਨਹੀਂ ਲੈ ਕੇ ਆਉਂਦਾ। ਇੱਕ ਚੀਜ਼ ਧਿਆਨ 'ਚ ਰੱਖਿਓ, ਮੈਨੂੰ ਪਤਾ ਵੀ ਮੇਰੀ ਵੋਕੈਬਲਰੀ ਤੇ ਕੋਲੋਕੇਸ਼ਨਸ ਨਾਲ ਮੇਰੀ ਰੀਡਿੰਗ ਇੰਪਰੂਵ ਹੋ ਜਾਣੀ ਆ, ਠੀਕ ਆ। ਹੁਣ ਬੱਚੇ ਨੂੰ ਇਹ ਲੱਗਦਾ ਹੁੰਦਾ ਵੀ ਇੱਕ ਦਿਨ ਦੇ ਵਿੱਚ ਮੈਂ ਸਰ ਕਿੰਨੀ ਕੁ ਵੋਕੈਬਲਰੀ ਕਰੂੰਗਾ, ਕਿੰਨੀ ਕਰ ਲੂੰਗਾ। ਮੈਂ ਡੇਲੀ ਦੀ 100 ਪ੍ਰੈਕਟਿਸ ਕਰਨ ਨੂੰ ਕਹਿਣਾ, ਡੇਲੀ ਦੀ 100 ਈਜ਼ੀਲੀ ਹੋ ਜਾਂਦੀ ਆ, ਠੀਕ ਆ। ਡੇਲੀ ਈਜ਼ੀਲੀ 100 ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ, ਕਿਸੇ ਬੱਚੇ ਵਾਸਤੇ ਮਿਹਨਤ ਕਰੇ ਤਾਂ, ਠੀਕ ਆ। ਅੱਧਾ ਘੰਟਾ ਡਟ ਕੇ ਲਾ ਦੇ, 100 ਤਾਂ ਬੜੇ ਆਰਾਮ ਨਾਲ ਹੋ ਜਾਂਦੇ, ਠੀਕ ਆ। ਜੇ ਡੇਲੀ ਦੇ 100 ਕਰੀਏ ਆਪਾਂ, ਤੇ ਇਹ ਹਿਸਾਬ ਲਾਇਓ ਵੀ ਮੰਥ ਦੇ ਆਪਣੇ ਜਿਹੜੇ ਆ ਉਹ 3000 ਕੋਲੋਕੇਸ਼ਨ, 3000 ਵੋਕੈਬਲਰੀ ਬਣਦੀ ਹੈ। ਤੇ 3000 ਤਾਂ ਉਹਦੇ ਵਿੱਚ ਨਹੀਂ ਹੁੰਦੇ, ਪੀਡੀਐਫ ਦੇ ਜਿਹੜੇ ਮੈਂ ਤੁਹਾਨੂੰ ਸ਼ੇਅਰ ਕੀਤੇ ਆ, 3000 ਤਾਂ ਐਪ ਯੂਨੀ ਦੇ ਵਿੱਚ ਨਹੀਂ ਹੋਣੇ। ਸੋ ਇੱਕ ਮੰਥ ਦੇ ਵਿੱਚ ਆਪਾਂ ਸਾਰੀ ਵੋਕੈਬਲਰੀ ਤੇ ਸਾਰੀ ਕੋਲੋਕੇਸ਼ਨ ਜਿਹੜੀ ਆ ਉਹਨੂੰ ਆਪਾਂ ਇੰਪਰੂਵ ਕਰ ਸਕਦੇ ਆ, ਤੇ ਆਪਣੀ ਰੀਡਿੰਗ ਨੂੰ ਇੰਪਰੂਵ ਕਰ ਸਕਦੇ ਆ। ਇਹ ਚੀਜ਼ ਨੂੰ ਧਿਆਨ 'ਚ ਲੈ ਕੇ ਚੱਲਿਓ। ਅਗਲੀ ਗੱਲ ਕਰਦੇ ਆ ਲਿਸਨਿੰਗ ਦੀ, ਮੋਸਟ ਇੰਪੋਰਟੈਂਟ ਪਾਰਟ ਆ ਐਸਐਸਟੀ। ਐਸਐਸਟੀ ਦੇ ਵਿੱਚ ਕਾਫੀ ਬੱਚੇ ਮਿਸਟੇਕ ਕਰੀ ਜਾਂਦੇ ਆ। ਐਸਐਸਟੀ ਨੂੰ ਮੈਂ ਲੈ ਕੇ ਇੱਕ ਵੀਡੀਓ ਵੀ ਪ੍ਰੋਵਾਈਡ ਕੀਤੀ ਆ ਵੀ ਐਸਐਸਟੀ ਨੂੰ ਕਿਵੇਂ ਪਰਫਾਰਮ ਕਰਨਾ ਵਾ। ਐਸਐਸਟੀ ਨੂੰ ਵੇਦ ਨਾਲ ਪਰਫਾਰਮ ਕਰਨ ਦੀ ਕੋਸ਼ਿਸ਼ ਕਰੋ, ਵੀਡੀਓ ਧਿਆਨ ਨਾਲ ਲੈ ਕੇ ਦੇਖੋ। ਐਸਐਸਟੀ ਡੇਲੀ ਤੁਹਾਡੀ ਐਸਐਸਟੀ ਜਿਹੜੀ ਆ ਉਹ 5 ਪਰਫਾਰਮ ਹੋਣੀਆਂ ਚਾਹੀਦੀਆਂ ਵਾ ਐਪ ਯੂਨੀ ਤੋਂ, ਮੋਸਟ ਰਿਪੀਟਡ ਐਪ ਯੂਨੀ ਤੋਂ, ਠੀਕ ਆ। ਮੈਂ ਅੱਜ ਤੱਕ ਜਿੰਨਾ ਵੀ ਵੇਖਿਆ ਵਾ ਐਪ ਯੂਨੀ ਤੋਂ ਬਹੁਤ ਰਿਪੀਟ ਹੁੰਦੀਆਂ ਨੇ, ਠੀਕ ਆ। ਐਸਐਸਟੀ ਤਾਂ ਡੇਲੀ ਦੀਆਂ 5 ਐਸਐਸਟੀ ਕਰਨੀਆਂ ਤੁਹਾਡੇ ਵਾਸਤੇ ਕੰਪਲਸਰੀ ਆ। ਡੇਲੀ ਦੀਆਂ 5 ਐਸਐਸਟੀ ਪਰਫਾਰਮ ਕਰਿਆ ਕਰੋ। ਐਸਐਸਟੀ ਦੇ ਵਿੱਚ ਵੀ ਸੇਮ ਚੀਜ਼ ਜਿਵੇਂ ਮੈਂ ਰੀਡਰ ਲੈਕਚਰ ਦੇ ਵਿੱਚ ਸਮਝਾ ਕੇ ਗਿਆ ਵਾ, ਆਡੀਓ 1 ਮਿੰਟ ਦੀ ਵੀ ਆ ਸਕਦੀ ਹੈ, 1 ਮਿੰਟ ਤੋਂ ਜਿਵੇਂ 20 ਸੈਕਿੰਡਸ ਦੀ ਵੀ ਆ ਸਕਦੀ ਆ। ਐਗਜ਼ਾਮ ਦੇ ਵਿੱਚ ਜਿਹੜੀ ਆਡੀਓ ਆ, ਐਗਜ਼ਾਮ ਦੇ ਵਿੱਚ ਸਿਰਫ ਔਰ ਸਿਰਫ 30 ਸੈਕਿੰਡਸ, 35 ਸੈਕਿੰਡਸ, 40, ਦੈਟਸ ਇਟ। ਇਸ ਤੋਂ ਵੱਡੀ ਆਡੀਓ ਤੋਂ ਬੜੀ ਮੁਸ਼ਕਿਲ ਨਾਲ ਆਉਂਦੀ ਆ। ਬਹੁਤ ਕਿਸੇ ਕਿਸਮਤ ਵਾਲੀ ਨੂੰ 1-1 ਮਿੰਟ ਦੀ ਆਡੀਓ ਆ ਗਈ ਤਾਂ ਕਹਿਣਾ ਹੁੰਦਾ ਵਾ, ਚਾਹੇ ਐਸਐਸਟੀ ਆ ਚਾਹੇ ਰੀਡਰ ਲੈਕਚਰ ਆ, ਸੇਮ ਜਿਹੀਆਂ ਚੀਜ਼ਾਂ ਨੇ। ਇਹਨਾਂ ਦੇ ਵਿੱਚ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵਾ ਕਿ ਐਸਐਸਟੀ ਦੇ ਵਿੱਚ ਅਸੀਂ ਕੀ ਕਰਨਾ ਵਾ ਵੀ ਘੱਟ ਤੋਂ ਘੱਟ ਆਡੀਓ ਸੁਣੋ, ਵੀ 30, 35 ਸੈਕਿੰਡ, 40 ਸੈਕਿੰਡਸ ਦੀ ਆਡੀਓ ਦੇ ਵਿੱਚ ਘੱਟ ਤੋਂ ਘੱਟ 15 ਕੀਵਰਡਸ ਦਾ ਟਾਰਗੇਟ ਰੱਖਿਆ ਕਰੋ। ਆਪਣੇ ਕੋਲ 10 ਤੋਂ 15 ਕੀਵਰਡਸ ਤਾਂ ਹੋਣੇ ਹੀ ਚਾਹੀਦੇ ਆ। ਜੇਕਰ ਆਪਣੇ ਕੋਲ ਕੁਆਂਟੀਟੀ ਘਟਦੀ ਵੀ ਆਪਾਂ ਰਿਪੀਟ ਕਰ ਸਕਦੇ ਆ, ਆਪਣੇ ਕੋਲ ਵਰਡ ਲਿਮਿਟ ਘਟਦੀ ਪਈ ਆਪਾਂ ਰਿਪੀਟ ਕਰ ਸਕਦੇ ਆ, ਪਰ ਕੋਸ਼ਿਸ਼ ਇਹ ਕਰਿਆ ਕਰੋ ਵੀ ਘੱਟ ਤੋਂ ਘੱਟ ਆਪਣੇ ਕੋਲ 15 ਕੀਵਰਡ ਚਾਹੀਦੇ ਆ। ਸੋ ਆਡੀਓ ਘੱਟ ਸੁਣਨ ਦੀ ਆਦਤ ਪਾਓ। ਇਹ ਨਾ ਹੈਬਿਟ ਬਣਾ ਲਓ ਵੀ 1 ਮਿੰਟ ਦੀ ਆਡੀਓ ਦੇ ਵਿੱਚ ਹੀ ਕੀਵਰਡਸ ਪਿਕ ਕਰਨੇ ਆ। ਹੈਬਿਟ ਬਣਾਓ ਵੀ ਅਸੀਂ 30, 35 ਸੈਕਿੰਡਸ ਦੀ ਆਡੀਓ ਦੇ ਵਿੱਚ ਕੀਵਰਡ ਪਿਕ ਕਰਨੇ ਆ। ਮਾਈਕ੍ਰੋਫੋਨ ਉਤਾਰ ਕੇ 19 ਆਡੀਓ ਰੱਖਿਆ ਕਰੋ, ਵੱਧ ਰੱਖਣ ਦੀ ਲੋੜ
ਲੋੜ ਨਹੀਂ ਗੀ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਆ ਲਿਸਨਿੰਗ ਫਿਲ ਇਨ ਦੀ ਬਲੈਂਕਸ ਦੀ। ਲਿਸਨਿੰਗ ਫਿਲ ਇਨ ਦੀ ਬਲੈਂਕਸ ਦੀ, ਜੋ ਲਿਸਨਿੰਗ ਫਿਲ ਇਨ ਦੀ ਬਲੈਂਕਸ ਆ, ਲਿਸਨਿੰਗ ਫਿਲ ਇਨ ਦੀ ਬਲੈਂਕ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੋ, ਲਿਸਨਿੰਗ ਫਿਲ ਇਨ ਦੀ ਬਲੈਂਕਸ ਜਿਹੜੀਆਂ ਨੇ ਅੱਜ ਕੱਲ ਐਕਸੈਂਟ ਬਹੁਤ ਗੰਦਾ ਆਉਂਦਾ ਪਿਆ ਐਗਜ਼ਾਮ ਦੇ ਵਿੱਚ। ਮੈਂ ਬੱਚਿਆਂ ਨੂੰ ਇਹ ਰਿਕਮੈਂਡ ਕਰਦਾ ਹੁੰਦਾ ਵੀ ਲਿਸਨਿੰਗ ਫਿਲ ਇਨ ਦੀ ਬਲੈਂਕਸ ਆ ਡੇਲੀ ਦੀ ਜਿਹੜੀ ਤੁਸੀਂ ਪਰਫਾਰਮ ਕਰਨੀਆਂ ਵਾ, ਉਹ 15 ਬਲੈਂਕਸ ਪਰਫਾਰਮ ਕਰਨੀਆਂ ਵਾ ਐਪੀਯੂਨੀ ਤੋਂ। 15 ਬਲੈਂਕਸ ਤੁਸੀਂ ਪਰਫਾਰਮ ਕਰਨੀਆਂ ਨੇ ਐਪੀਯੂਨੀ ਤੋਂ। ਮੈਨੂੰ ਬੱਚੇ ਅਕਸਰ ਇਹ ਚੀਜ਼ ਕਹਿ ਦਿੰਦੇ ਆ ਵੀ ਲਿਸਨਿੰਗ ਦੇ ਬਲੈਂਕਸ ਸਮਝ ਨਹੀਂ ਆਉਂਦੀਆਂ। ਜਿਹੜੀਆਂ ਤੁਸੀਂ 15 ਬਲੈਂਕਸ ਆ ਐਪੀਯੂਨੀ ਤੋਂ ਪਰਫਾਰਮ ਕਰਦੇ ਪਏ, ਜਿੰਨੇ ਸਪੈਲਿੰਗ ਤੁਹਾਨੂੰ ਪਤਾ ਨਹੀਂ ਲੱਗੇ, ਜਿੰਨੇ ਸਪੈਲਿੰਗ ਤੁਹਾਡੇ ਗਲਤ ਹੋ ਗਏ, ਉਹ ਸਪੈਲਿੰਗ ਦੀ ਡੇਲੀ ਬਾਈ ਡੇਲੀ ਇੱਕ ਲਿਸਟ ਬਣਾਇਆ ਕਰੋ। ਕਾਪੀ ਦੇ ਪਿਛਲੇ ਪਾਸੇ 2-3 ਪੇਜ ਲਾਇਆ ਕਰੋ, ਕਾਪੀ ਦੇ ਪਿਛਲੇ ਪਾਸੇ 2-3 ਪੇਜ ਲਾਏ। ਇਹਨਾਂ ਜਿਹੜੇ ਡੇਲੀ ਦੇ 15 ਬਲੈਂਕਸ ਆ ਕੀਤੀਆਂ, 15 ਬਲੈਂਕਸ ਵਿੱਚ ਕਿੰਨੇ ਜ਼ਿਆਦਾ ਸਪੈਲਿੰਗ ਆ ਗਏ, ਉਹਨਾਂ ਸਪੈਲਿੰਗਾਂ ਦੀ ਪ੍ਰੈਕਟਿਸ ਕੀਤੀ, ਉਹਨਾਂ ਸਪੈਲਿੰਗਾਂ ਦੀ ਪ੍ਰੈਕਟਿਸ ਕਰਕੇ ਡੇ ਬਾਈ ਡੇ ਉਹ ਸਪੈਲਿੰਗਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਦੀ ਨਾਲ ਇੱਕ ਚੀਜ਼ ਹੋਰ ਧਿਆਨ 'ਚ ਰੱਖਿਓ, ਜਿਹੜੀਆਂ 15 ਬਲੈਂਕਸ ਆ ਮੈਂ ਐਪੀਯੂਨੀ ਤੋਂ ਕਰਦਾ ਪਿਆ ਵਾਂ, 15 ਬਲੈਂਕਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਵੀ ਮਟੀਰੀਅਲ ਕਾਫੀ ਮਤਲਬ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਕੱਲ ਮੈਂ ਇੱਕ ਵੀਡੀਓ ਜਿਹੜੀ ਬਣਾਈ ਸੀਗੀ, ਕੱਲ ਦੇ ਵਿੱਚ ਮੈਂ ਵੀਡੀਓ ਦੇ ਵਿੱਚ ਇੱਕ ਐਪ ਸ਼ੇਅਰ ਕੀਤੀ ਸੀਗੀ ptestudy.net/login। ਲਿਸਨਿੰਗ ਦੀ ਬਲੈਂਕਸਾਂ ਤੇ ਕੱਲ ਵੀਡੀਓ ਪ੍ਰੋਵਾਈਡ ਕੀਤੀ ਆ, ਉਹ ਬਲੈਂਕਸਾਂ ਦੇ ਵਿੱਚ ਮੈਂ ਐਪ ਵੀ ਦੱਸੀ ਆ ptestudy.net/login ਕਿਵੇਂ ਖੁੱਲਣੀ ਆ, ਉਹ ਐਪ 'ਚ ਜਾ ਕੇ ਆਪਾਂ ਕਿਵੇਂ ਬਲੈਂਕਸਾਂ ਦੀ ਪ੍ਰੈਕਟਿਸ ਕਰ ਸਕਦੇ ਆ। 15 ਬਲੈਂਕਸਾਂ ਤੁਸੀਂ ਐਪੀਯੂਨੀ ਤੋਂ ਕਰੋ, 15 ਬਲੈਂਕਸਾਂ ਤੁਸੀਂ ਜਿਹੜੀਆਂ ਨੇ ਉਹ ptestudy.net/login ਤੋਂ ਕਰੋ, ਠੀਕ ਆ। ਉਹ ਚੀਜ਼ ਤੋਂ ਐਪ ਤੋਂ ਪ੍ਰੈਕਟਿਸ ਕਰੋ, ਠੀਕ ਆ। ਉਹ ਚੀਜ਼ ਤੁਹਾਡੀ ਕੀ ਹੈ ਇੰਪਰੂਵਮੈਂਟ ਕਰਵਾ ਦੂਗੀ। 15 ਬਲੈਂਕਸਾਂ ਡੇਲੀ ਤੁਸੀਂ ਐਪੀਯੂਨੀ ਤੋਂ ਕਰੋ, 15 ਬਲੈਂਕਸਾਂ ਤੁਸੀਂ ptestudy.net/login ਤੋਂ ਕਰੋ। ਜਿਹੜੀਆਂ ਲਿਸਨਿੰਗ ਦੀਆਂ ਬਲੈਂਕਸਾਂ ਇੰਪੋਰਟੈਂਟ ਆ, ਤੁਹਾਡੀ ਰਾਈਟਿੰਗ ਨੂੰ ਨੰਬਰ ਦਿੰਦੀਆਂ ਨੇ, ਐਗਜ਼ਾਮ ਚ ਔਖੀਆਂ ਆਉਂਦੀਆਂ ਪਈਆਂ, ਇਹਨਾਂ ਦੀ ਕੁਆਂਟੀਟੀ ਵਧਾਓ, ਪ੍ਰੈਕਟਿਸ ਕਰਨ ਦੀ ਕੁਆਂਟੀਟੀ ਵਧਾਓ, ਆਪਦੀ ਮਿਹਨਤ ਵਧਾਓ, 1.2 ਦੀ ਸਪੀਡ ਤੇ ਇਹਨਾਂ ਦੀ ਪ੍ਰੈਕਟਿਸ ਕਰੋ। ਸੋ ਡੈਫੀਨਿਟਲੀ ਤੁਹਾਡੀ ਇੰਪਰੂਵਮੈਂਟ ਹੋਊਗੀ, ਠੀਕ ਹੈ ਜੀ। ਅਗਲੀ ਚੀਜ਼ ਹੁੰਦੀ ਹੈ ਤੁਹਾਡੀ ਹਾਈਲਾਈਟ ਇਨਕਰੈਕਟ ਵਰਡ। ਹਾਈਲਾਈਟ ਇਨਕਰੈਕਟ ਵਰਡ ਆ ਜਿਹੜੇ ਇਹ ਵੀ ਕਾਫੀ ਡਿਫਿਕਲਟ ਆਉਂਦੇ ਪਏ ਆ। ਹਾਈਲਾਈਟ ਇਨਕਰੈਕਟ ਵਰਡ ਜਿਹੜੇ ਆ ਇਹ ਵੀ ਤੁਸੀਂ 15 ਹਾਈਲਾਈਟ ਇਨਕਰੈਕਟ ਵਰਡ ਜਿਹੜੇ ਐਪੀਯੂਨੀ ਤੋਂ ਕਰਨੇ ਆ, 15 ਹਾਈਲਾਈਟ ਇਨਕਰੈਕਟ ਵਰਡ ਜਿਹੜੇ ਆ ਤੁਸੀਂ ptestudy.net ਤੋਂ ਕਰਨੇ ਆ। 15 ਹਾਈਲਾਈਟ ਤੁਹਾਡੇ ਐਪੀਯੂਨੀ ਤੋਂ ਹੋਣੇ ਚਾਹੀਦੇ ਆ, ਕੰਪਲਸਰੀ ਆ, ਠੀਕ ਆ, ਐਪੀਯੂਨੀ ਤੋਂ। ਤੇ 15 ਹਾਈਲਾਈਟ ਇਨਕਰੈਕਟ ਵਰਡ ਜਿਹੜੇ ਆ ptestudy.net ਤੋਂ ਹੋਣੇ ਚਾਹੀਦੇ। ਸਬਮਿਟ ਨਹੀਂ ਹੋਊਗਾ, ਇਹਦੇ ਸ਼ੋ ਆਨਸਰ ਕਰ ਲਿਓ। ਸ਼ੋ ਆਨਸਰ ਦੇ ਵਿੱਚ ਤੁਹਾਨੂੰ ਸਾਰਾ ਕੁਝ ਜਿਹੜਾ ਵਾ ਉਹ ਸ਼ੋ ਹੋ ਜਾਊਗਾ ਵੀ ਮੇਰਾ ਆਨਸਰ ਗਲਤ ਆ ਕਿ ਮੇਰਾ ਆਨਸਰ ਸਹੀ ਆ। ਇਹ ਜਿਹੜੇ ਹਾਈਲਾਈਟ ਇਨਕਰੈਕਟ ਵਰਡ ਤੇ ਬਲੈਂਕਸ ਆ, ਇਹਨਾਂ ਦੀ ਕੁਆਂਟੀਟੀ ਕਿਉਂ ਜ਼ਿਆਦਾ ਦਿੱਤੀ ਹੋਈ ਆ, ਠੀਕ ਆ, ਵੀ 15 ਉੱਥੋਂ 15 ਉੱਥੋਂ 15 ਉੱਥੋਂ 15 ਉੱਥੋਂ, ਬਿਕੋਜ਼ ਹਾਈਲਾਈਟ ਇਨਕਰੈਕਟ ਤੇ ਬਲੈਂਕਸ ਆ ਅੱਜ ਦੇ ਟਾਈਮ ਦੀ ਜੇ ਮੈਂ ਗੱਲ ਕਰਾਂ, ਮੈਂ ਕਲਾਸ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਕਹਿੰਦਾ ਵੀ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋ। 100 ਚ 90% ਇਹ ਚੀਜ਼ਾਂ ਦੇ ਵਿੱਚੋਂ ਆਪਣੇ ਸਕੋਰ ਉੱਡਣ ਦੇ ਹੁੰਦੇ ਆ, ਵੀ ਕਿਉਂਕਿ ਇਹ ਚੀਜ਼ਾਂ ਆਪਣੇ ਵੱਧ ਤੋਂ ਵੱਧ ਸਕੋਰ ਲੂਜ਼ ਕਰਦੀਆਂ ਵਾ। ਤਾਂ ਕਰਕੇ ਮੈਂ ਬੱਚਿਆਂ ਨੂੰ ਕਹਿੰਦਾ ਵੀ ਇਹ ਦੋ ਚੀਜ਼ਾਂ ਦੀ ਪ੍ਰੈਕਟਿਸ ਵੱਧ ਤੋਂ ਵੱਧ ਚਾਹੀਦੀ ਆ। ਲਾਸਟ ਤੇ ਆ ਜਾਂਦਾ ਵਾ ਤੁਹਾਡਾ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਵਾ ਡਿਕਟੇਸ਼ਨਸ, ਠੀਕ ਆ, ਰਾਈਟ ਫਰਮ ਡਿਕਟੇਸ਼ਨਸ। ਰਾਈਟ ਫਰਮ ਡਿਕਟੇਸ਼ਨ ਜਿਹੜੇ ਆ, ਰਾਈਟ ਫਰਮ ਡਿਕਟੇਸ਼ਨ ਦੀ ਮੈਂ ਕਹਿੰਦਾ ਹੁੰਦਾ ਹਰੇਕ ਬੱਚੇ ਨੂੰ ਕਹਿੰਦਾ ਵੀ ਰਾਈਟ ਫਰਮ ਡਿਕਟੇਸ਼ਨ ਦੀ ਘੱਟ ਤੋਂ ਘੱਟ ਜਿਹੜੀ ਪ੍ਰੈਕਟਿਸ ਆ ਉਹ 40 ਤਾਂ ਹੋਣੀ ਹੀ ਚਾਹੀਦੀ ਡੇਲੀ ਦੀ। 40 ਡਿਕਟੇਸ਼ਨ ਡੇਲੀ ਦੀ ਹੋਣੀ ਚਾਹੀਦੀ ਆ। ਐਪੀਯੂਨੀ ਤੋਂ ਹੋਣੀ ਚਾਹੀਦੀ ਹੈ। ਐਪੀਯੂਨੀ ਤੋਂ ਡਿਕਟੇਸ਼ਨ ਬਹੁਤ ਰਿਪੀਟ ਹੁੰਦੀਆਂ ਨੇ। ਹਰੇਕ ਚੀਜ਼ ਦਾ ਮੈਥਡ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਭੁੱਲੇ ਹੋਣਾ ਉਹ ਚੀਜ਼, ਸਭ ਤੋਂ ਪਹਿਲਾਂ ਪ੍ਰੈਕਟਿਸ ਵੀਕਲੀ ਪ੍ਰੈਡਿਕਸ਼ਨ, ਉਸ ਤੋਂ ਬਾਅਦ ਪ੍ਰੈਕਟਿਸ ਮੰਥਲੀ ਪ੍ਰੈਡਿਕਸ਼ਨ, ਉਸ ਤੋਂ ਬਾਅਦ ਪ੍ਰੈਕਟਿਸ ਜਿਹੜੀ ਹੁੰਦੀ ਆ ਤੁਹਾਡੀ ਆਲ ਪ੍ਰੈਡਿਕਸ਼ਨ ਦੇ ਵਿੱਚੋਂ। ਰੀਜ਼ਨ ਕੀ ਆ, ਜਿਹੜੇ ਆਪਾਂ ਵੀਕਲੀ ਪ੍ਰੈਡਿਕਸ਼ਨ ਕਰਦੇ ਆ ਨਾ ਇਹਦੇ ਵਿੱਚ ਮੋਸਟ ਰਿਪੀਟਡ ਹੁੰਦੇ ਆ, ਬਹੁਤ ਰਿਪੀਟ ਹੋਣ ਦੇ ਚਾਂਸਸ ਹੁੰਦੇ ਆ। ਉਸ ਤੋਂ ਬਾਅਦ ਜੇ ਵੀਕਲੀ ਕੰਪਲੀਟ ਹੋ ਗਿਆ ਤਾਂ ਮੰਥਲੀ ਤੇ ਆ ਜਾਓ, ਜੇ ਮੰਥਲੀ ਵੀ ਕੰਪਲੀਟ ਹੋ ਗਿਆ ਫਿਰ ਆਲ ਤੇ ਆ ਜਾਓ। ਸੋ ਡੈਫੀਨਿਟਲੀ ਇਹ ਵੇ ਦੇ ਨਾਲ ਪ੍ਰੈਕਟਿਸ ਕਰਨੀ, ਸਾਰੀ ਚੀਜ਼ਾਂ ਦੀ ਸ਼ੁਰੂ ਕਰਿਆ ਕਰੋ, ਸੋ ਤੁਹਾਡੀ ਇੰਪਰੂਵਮੈਂਟ ਹੋ ਜਾਊਗੀ। ਆ ਸਾਥ ਤੁਹਾਡੇ ਸਾਹਮਣੇ ਇੱਕ ਗ੍ਰਾਫ ਬਣਾਤਾ ਵਾ ਦੀ ਕਿੰਨੀ ਪ੍ਰੈਕਟਿਸ ਆਪਾਂ ਨੂੰ ਡੇਲੀ ਬਾਈ ਡੇਲੀ ਕਿਹੜੀ ਚੀਜ਼ ਦੀ ਕਿੰਨੀ ਕੁਆਂਟੀਟੀ ਦੇ ਵਿੱਚ ਕਰਨੀ ਚਾਹੀਦੀ ਆ ਤੇ ਕਿਹੜੇ ਵੇ ਦੇ ਨਾਲ ਕਰਨੀ ਚਾਹੀਦੀ ਆ। ਇਹ ਚੀਜ਼ ਨੂੰ ਪਲੀਜ਼ ਆਪਦੀ ਨੂੰ ਧਿਆਨ 'ਚ ਰੱਖੋ, ਇਹ ਚੀਜ਼ ਤੇ ਵਰਕ ਕਰੋ, ਸੋ ਡੈਫੀਨਿਟਲੀ ਤੁਹਾਡੀ ਇੰਪਰੂਵਮੈਂਟ ਹੋਊਗੀ। ਇੱਕ ਨਾ ਫੋਨ ਤੇ ਜਦੋਂ ਤੁਸੀਂ ਫੋਨ ਓਪਨ ਕਰਦੇ ਹੋ ਆਪਣਾ, ਫੋਨ ਤੇ ਐਪੀਯੂਨੀ ਦੇ ਵਿੱਚ MP3 ਦੀ ਆਪਸ਼ਨ ਦਿੱਤੀ ਜਾਂਦੀ ਆ। ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਵਾ ਵੀ MP3 ਜਿਹੜਾ ਹੈਗਾ ਨਾ, MP3 ਜਿਹੜਾ ਤੁਹਾਨੂੰ ਦਿੱਤਾ ਜਾਂਦਾ ਵਾ, MP3 ਤੁਹਾਨੂੰ ਦਿੱਤਾ ਜਾਂਦਾ ਜਿਹੜਾ ਐਪੀਯੂਨੀ ਦੇ ਵਿੱਚ, MP3 ਦੇ ਵਿੱਚ ਕਾਫੀ ਲਿਸਨ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਕਈ ਬੱਚੇ ਕਹਿੰਦੇ ਸਾਡੀ ਲਿਸਨਿੰਗ ਪਾਵਰ ਵੀਕ ਆ। ਲਿਸਨਿੰਗ ਪਾਵਰ ਨੂੰ ਇੰਪਰੂਵ ਕਰਨਾ ਸਾਨੂੰ ਕਿਹਾ ਜਾਂਦਾ ਵਾ ਵੀ ਲਿਸਨਿੰਗ ਪਾਵਰ ਨੂੰ ਇੰਪਰੂਵ ਕਰਨਾ ਨਾ ਤੁਸੀਂ ਕੋਈ ਲੈਕਚਰ ਸੁਣੋ, ਤੁਸੀਂ ਕੋਈ ਸੀਰੀਜ਼ ਵਗੈਰਾ, ਮੂਵੀਜ਼ ਵਗੈਰਾ, ਸੌਂਗਸ ਵਗੈਰਾ। ਮੈਂ ਬੱਚਿਆਂ ਨੂੰ ਪ੍ਰੈਫਰ ਕਰਦਾ ਵੀ ਤੁਸੀਂ MP3 ਤੇ ਜਾਓ। MP3 ਤੇ ਜਾਣੇ ਪਏ ਆ, MP3 ਤੇ ਜਾ ਕੇ ਡਿਕਟੇਸ਼ਨ ਸੁਣ ਲਓ, ਰੀਡ ਲਾਉਣ ਸੁਣ ਲਓ, ਰਿਪੀਟ ਸੈਂਟੈਂਸ ਸੁਣ ਲਓ। ਇੱਕ ਤਾਂ ਆਪਣੀ ਲਿਸਨਿੰਗ ਪਾਵਰ ਇੰਪਰੂਵ ਹੁੰਦੀ ਪਈ ਆ। ਲਿਸਨਿੰਗ ਪਾਵਰ ਦੇ ਇੰਪਰੂਵ ਹੁੰਦੇ ਦੇ ਨਾਲ ਕੀ ਆ, ਆਪਣਾ ਸਿਲੇਬਸ ਵੀ ਕਵਰ ਹੋ ਰਿਹਾ, ਕਿਉਂਕਿ ਉਹ ਚੀਜ਼ਾਂ ਆਪਾਂ ਨੂੰ ਐਗਜ਼ਾਮ 'ਚ ਵੀ ਰਿਪੀਟ ਆ ਸਕਦੀਆਂ ਵਾ। ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਫਾਇਦਾ ਵਾ ਉਹ ਚੀਜ਼ ਤੋਂ ਪ੍ਰੈਕਟਿਸ ਕਰਨੀ ਚਾਹੀਦੀ ਆ, ਹੋਰ ਕਿਸੇ ਚੀਜ਼ ਤੋਂ ਨਹੀਂ। ਆ ਤੁਹਾਡੇ ਸਾਹਮਣੇ ਗ੍ਰਾਫ ਬਣਿਆ ਹੋਇਆ ਵਾ, ਇਹ ਗ੍ਰਾਫ ਨੂੰ ਧਿਆਨ ਨਾਲ ਜਿਹੜਾ ਵਾ ਉਹ ਆਪਣੀ ਕਾਪੀ ਤੇ ਨੋਟ ਕਰ ਲਓ। ਜਿਹੜੇ ਬੱਚੇ ਘਰ ਬੈਠ ਕੇ ਪ੍ਰੈਕਟਿਸ ਕਰਦੇ ਆ, ਸੈਂਟਰਾਂ ਵਿੱਚ ਵੀ ਜਾਂਦੇ ਆ, ਜਿਹੜੇ ਬੱਚਿਆਂ ਦਾ ਟਾਰਗੇਟ ਆ ਵੀ ਸਕੋਰ ਅਸੀਂ ਲੈਣੇ ਆ 70 ਚ ਲੈਣੇ ਆ, 80 ਚ ਲੈਣੇ ਆ,
ਆ ਚੀਜ਼ ਨੂੰ ਆਪਣੇ ਦਿਮਾਗ 'ਚ ਵਸਾ ਲਓ, ਡੇਲੀ ਆ ਚੀਜ਼ ਦੀ ਇੰਨੀ ਕੁਆਂਟੀਟੀ ਦੇ ਵਿੱਚ ਪ੍ਰੈਕਟਿਸ ਕਰੋ। ਸੋ ਡੈਫੀਨੇਟਲੀ ਤੁਹਾਡੇ ਸਕੋਰ ਜਿਹੜੇ ਆ ਉਹ ਦਿਨਾਂ ਦੇ ਵਿੱਚ ਤੁਹਾਨੂੰ ਪ੍ਰਾਪਤ ਹੋਣਗੇ ਤੇ ਗਾਰੰਟੀ ਨਾਲ ਕਹਿਣਾ ਵਾ ਸਕੋਰ ਤੁਹਾਡੇ ਘਰ ਬੈਠ ਕੇ ਮਿੰਟੋ ਮਿੰਟ ਹੀ ਆ ਜਾਣਗੇ। ਜਿਹੜੇ ਬੱਚੇ ਕਹਿੰਦੇ ਸਾਨੂੰ ਮਹੀਨਾ ਕਰਦੇ ਨੂੰ ਹੋ ਗਿਆ, 2-3 ਐਗਜ਼ਾਮ ਦੇ ਰੱਖੇ ਸਕੋਰ ਨਹੀਂ ਆ ਰਹੇਗੇ, ਆਹ ਪੈਟਰਨ ਨੂੰ ਫੋਲੋ ਕਰੋ, ਸਕੋਰ ਤੁਹਾਡੇ ਦਿਨਾਂ 'ਚ। ਸੇ ਜੋ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਕਾਫੀ ਬੱਚੇ ਮੈਨੂੰ ਕਹਿੰਦੇ ਰਹਿੰਦੇ ਆ ਵੀ ਸਰ ਤੁਹਾਡੀ ਜਦੋਂ ਤੁਸੀਂ ਵੀਡੀਓ ਪਾਉਂਦੇ ਹੋ ਸਾਨੂੰ ਨੋਟੀਫਿਕੇਸ਼ਨ ਨਹੀਂ ਆਉਂਦੀ, ਸਾਨੂੰ ਮੈਸੇਜ ਨਹੀਂ ਆਉਂਦਾਗਾ, ਸੋ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾਗਾ। ਸੋ ਜਲਦੀ ਜਾ ਕੇ ਗੁਰਵਿੰਦਰ ਪੀਟੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾਗਾ, ਰੈੱਡ ਜਿਹਾ ਬਟਨ ਔਨ ਕਰ ਲਓ ਤੇ ਉੱਪਰ ਘੰਟੀ ਹੀ ਬਣੀ ਆ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਲਓ, ਠੀਕ ਆ ਜੀ। ਤੇ ਜੇ ਡੇਲੀ ਵੀਡੀਓ ਦੇਖਣਾ ਚਾਹੁੰਦੇ ਆ ਤੇ ਜੇ ਵੀਡੀਓ 'ਚ ਕੁਝ ਸਿੱਖਣ ਨੂੰ ਮਿਲਦਾ ਵਾ ਵੀਡੀਓ ਨੂੰ ਲਾਈਕ ਕਰਕੇ ਦੋਸਤ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ। ਕਾਫੀ ਚੀਜ਼ਾਂ ਉਹਨਾਂ ਨੂੰ ਵੀ ਸਿੱਖਣ ਨੂੰ ਮਿਲ ਜਾਂਦੀਆਂ ਨੇ। ਤੁਹਾਨੂੰ ਕੋਈ ਕੁਐਸਚਨ ਆ ਮੇਰੇ ਤੋਂ ਡਾਊਟ ਕਲੀਅਰ ਕਰਨਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ, ਆਨਲਾਈਨ ਕਲਾਸਿਸ ਮੈਂ ਖੁਦ ਪ੍ਰੋਵਾਈਡ ਕਰਦਾ ਵਾਂ। ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ, ਤੁਸੀਂ ਮੈਨੂੰ WhatsApp ਕਰ ਸਕਦੇ ਹੋ, WhatsApp ਤੇ ਕਾਲ ਕਰ ਸਕਦੇ ਹੋ, ਮੈਂ ਤੁਹਾਡਾ ਜ਼ਰੂਰ ਆਨਸਰ ਦਊਂਗਾ ਤੇ ਆਨਲਾਈਨ ਕਲਾਸਿਸ ਦੀਆਂ ਸੀਟਸ ਤੁਸੀਂ ਬੁੱਕ ਕਰਵਾ ਸਕਦੇ ਹੋ। ਅਸੀਂ ਤੁਹਾਡੇ ਲਈ ਡੇਲੀ ਲਾਈਵ ਲੈ ਕੇ ਆਉਂਦੇ ਆ, ਡੇਲੀ 3 PM ਵਾਸਤੇ, ਠੀਕ ਆ ਜੀ। 3 PM to 4 PM ਤੁਹਾਡਾ ਡੇਲੀ ਲਾਈਵ ਹੁੰਦਾ, ਡੇਲੀ ਲਾਈਵ ਅਟੈਂਡ ਕਰ ਲਿਆ ਕਰੋ ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਸਿਖਾਈਆਂ ਜਾਂਦੀਆਂ ਵਾ। ਇਦਾਂ ਦੀਆਂ ਮਜ਼ੇਦਾਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵਾਸਤੇ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।